ਹੈਲੋ, ਪ੍ਰੇਜ਼ ਦ ਲਾਰਡ, ਸ਼ਾਲੋਮ। ਆਪ ਸਭ ਨੂੰ ਜੈ ਮਸੀਹ ਦੀ। ਪਰਮਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਅੱਜ ਇੱਕ ਵਾਰ ਫੇਰ ਆਪਣੇ ਵਚਨਾਂ ਦੇ ਰਾਹੀਂ ਤੁਹਾਡੇ ਸਨਮੁਖ ਆਉਣ ਦਾ ਮੌਕਾ ਦਿੱਤਾ। ਔਰ ਮੈਂ ਧੰਨਵਾਦ ਕਰਦਾ ਆਪ ਸਭ ਦਾ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਪ੍ਰੇਮ ਵਿਖਾਇਆ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ। ਔਰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਮੈਂ ਆਖਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਤਾਂ ਕਿ ਪਰਮੇਸ਼ਰ ਦੇ ਵਚਨ ਦੀ ਸਹੀ ਜਾਣਕਾਰੀ ਦੀ ਨੋਟੀਫਿਕੇਸ਼ਨ ਤੁਹਾਨੂੰ ਜਦੋਂ ਵੀ ਅਸੀਂ ਪਰਮੇਸ਼ਰ ਦਾ ਵਚਨ ਪਾਈਏ ਤੁਹਾਨੂੰ ਪਹੁੰਚ ਸਕੇ ਔਰ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਸੁਣ ਕੇ ਆਸ਼ੀਸ਼ ਪਾ ਸਕੋ। ਅੱਜ ਦੇ ਵਚਨ ਦੇ ਲਈ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਯਿਰਮੀਆ ਦੀ ਕਿਤਾਬ ਦਾ 29 ਚੈਪਟਰ ਉਸਦਾ 29 ਅਧਿਆਇ ਅਤੇ ਉਸਦੇ 13 ਅਤੇ 14 ਵਚਨ ਵੇਖਾਂਗੇ। ਆਓ ਅਸੀਂ ਵੇਖੀਏ। ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ। ਮੈਂ ਤੁਹਾਨੂੰ ਲੱਭਾਂਗਾ, ਯਹੋਵਾ ਦਾ ਵਾਕ ਹੈ। ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰੀਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ। ਯਹੋਵਾ ਦਾ ਵਾਕ ਹੈ ਅਤੇ ਮੈਂ ਤੁਹਾਨੂੰ ਇਸ ਥਾਂ ਨੂੰ ਮੋੜ ਲਿਆਵਾਂਗਾ ਜਿੱਥੇ ਮੈਂ ਤੁਹਾਨੂੰ ਅਸੀਰ ਕਰਵਾਇਆ ਸੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਦੇ ਵਚਨ ਦੇ ਲਈ ਜੋ ਪਰਮੇਸ਼ਰ ਦਾ ਵਚਨ ਸਾਨੂੰ ਇੱਥੇ ਬਹੁਤ ਹੀ ਸਪਸ਼ਟਤਾ ਨਾਲ ਕੁਝ ਦੱਸਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਜਿੱਥੋਂ ਅਸੀਂ ਆਰੰਭ ਦੇ ਵਿੱਚ ਵੇਖਦੇ ਹਾਂ ਕਿ ਜਿੱਥੋਂ ਇਨਸਾਨ ਨਿਕਲਿਆ ਸੀ, ਜਿੱਥੋਂ ਇਨਸਾਨ ਨੇ ਆਪਣਾ ਹੱਕ ਗਵਾ ਦਿੱਤਾ ਸੀ, ਜਿੱਥੇ ਇਨਸਾਨ ਅਸੀਰੀ ਵਿੱਚ ਚਲਾ ਗਿਆ ਸੀ, ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਜੋ ਅਦਨ ਦੀ ਵਾਟਕਾ ਦੇ ਵਿੱਚ ਜੋ ਗੱਲ ਸ਼ੁਰੂ ਹੋਈ ਸੀ, ਅਦਨ ਦੇ ਬਾਗ ਦੇ ਵਿੱਚ ਜਿੱਥੋਂ ਸ਼ੁਰੂ ਹੋਇਆ ਸੀ, ਉੱਥੇ ਹੀ ਲਿਆ ਕੇ ਪਰਮੇਸ਼ਰ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਫੇਰ ਉੱਥੇ ਹੀ ਲਿਆ ਕੇ ਸਭ ਕੁਝ ਕਰੇਗਾ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਸਾਨੂੰ ਜਿੱਥੋਂ ਅਸੀਂ ਨਿਕਲੇ ਸਾਂ ਪਰਮੇਸ਼ਰ ਸਾਨੂੰ ਉਸੇ ਸਥਾਨ 'ਤੇ ਵਾਪਸ ਲੈ ਕੇ ਜਾਣਾ ਚਾਹੁੰਦਾ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਆਦਮ ਅਤੇ ਹਵਾ ਨੇ ਉਸ ਸਥਾਨ ਨੂੰ ਗਵਾ ਲਿਆ ਸੀ ਔਰ ਬਾਈਬਲ ਦੱਸਦੀ ਹੈ ਕਿ ਉਹਨਾਂ ਨੂੰ ਉਸ ਬਾਗ 'ਚੋਂ ਬਾਹਰ ਕੱਢ ਦਿੱਤਾ ਗਿਆ। ਅਦਨ ਦੀ ਬਾਗ ਦੇ ਵਿੱਚੋਂ ਹੀ ਗੱਲ ਚੱਲੀ ਸੀ ਅਤੇ ਉੱਥੇ ਹੀ ਜਾ ਕੇ ਖਤਮ ਹੋਵੇਗੀ। ਮੈਂ ਪਰਮਪਿਤਾ ਪਰਮੇਸ਼ਰ ਦਾ ਧੰਨਵਾਦ ਕਰਦਾ ਜਦੋਂ ਆਪਣੇ ਵਚਨ ਦੇ ਦੁਆਰਾ ਸਾਨੂੰ ਅੱਜ ਸਿਖਾ ਰਹੇ ਨੇ ਜਿਵੇਂ ਕਿ ਲਿਖਿਆ ਹੈ, ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ। ਬਾਈਬਲ ਸਾਨੂੰ ਦੱਸਦੀ ਹੈ ਕਿ ਤੁਸੀਂ ਜਦੋਂ ਪਰਮੇਸ਼ਰ ਨੂੰ ਭਾਲੋਗੇ ਤਾਂ ਤੁਹਾਨੂੰ ਲੱਭ ਪਵੇਗਾ। ਪਰ ਦੁੱਖ ਦੀ ਗੱਲ ਹੈ ਕਿ ਅੱਜ ਸੰਸਾਰ ਵਿੱਚ ਅਸੀਂ ਵੇਖਦੇ ਹਾਂ ਕਿ ਲੋਕ ਪਰਮੇਸ਼ਰ ਨੂੰ ਨਹੀਂ ਭਾਲ ਰਹੇ, ਬਲਕਿ ਪਰਮੇਸ਼ਰ ਦੀਆਂ ਚੀਜ਼ਾਂ ਆਸ਼ੀਸ਼ਾਂ ਨੂੰ ਅੱਜ ਵੀ ਸੰਸਾਰ ਵਿੱਚ ਜਦੋਂ ਅਸੀਂ ਬਹੁਤ ਵੱਡੀਆਂ ਕਲੀਸਿਆਵਾਂ ਦੀ ਗੱਲ ਕਰਦੇ ਹਾਂ ਜਿੱਥੇ ਅਸੀਂ ਵੇਖਦੇ ਹਾਂ ਕਿ ਲੋਕ ਬਹੁਤ ਜਾ ਰਹੇ ਨੇ, ਲੇਕਿਨ ਉਹਨਾਂ ਦੀ ਜਿਹੜੀ ਇੱਛਾ ਹੈ ਉਹ ਪਰਮੇਸ਼ਰ ਨੂੰ ਢੂੰਡਣ ਦੀ ਨਹੀਂ ਹੈ ਔਰ ਉਹ ਪਰਮੇਸ਼ਰ ਤੋਂ ਕੁਝ ਚੀਜ਼ਾਂ ਨੂੰ ਪਾਉਣਾ ਚਾਹੁੰਦੇ ਨੇ। ਸਾਡਾ ਕੰਮ ਹੋ ਜਾਣਾ ਚਾਹੀਦਾ ਹੈ, ਸਾਡਾ ਆਹ ਕੰਮ ਹੋ ਜਾਵੇ, ਸਾਡਾ ਉਹ ਕੰਮ ਹੋ ਜਾਵੇ ਔਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਕੰਮ ਪਰਮੇਸ਼ਰ ਸਾਡੇ ਕਰ ਦੇਵੇ, ਲੇਕਿਨ ਅਸੀਂ ਉਸ ਗੱਲ ਨੂੰ ਭੁੱਲ ਜਾਂਦੇ ਹਾਂ ਜੋ ਪਰਮੇਸ਼ਰ ਦਾ ਵਚਨ ਸਾਨੂੰ ਕਰਨ ਲਈ ਕਹਿੰਦਾ ਹੈ। ਪਰਮੇਸ਼ਰ ਦਾ ਵਚਨ ਬਹੁਤ ਹੀ ਸਪਸ਼ਟਤਾ ਨਾਲ ਕਹਿੰਦਾ ਹੈ ਕਿ ਜਦ ਤੁਸੀਂ ਮੈਨੂੰ ਭਾਲੋਗੇ ਤੇ ਮੈਂ ਤੁਹਾਨੂੰ ਲੱਭ ਪਾਵਾਂਗਾ। ਇਹ ਗੱਲ ਸੋਚਣ ਵਾਲੀ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ ਤੇ ਮੈਂ ਤੁਹਾਨੂੰ ਲੱਭਾਂਗਾ। ਯਹੋਵਾ ਦਾ ਵਾਕ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਤੁਸੀਂ ਜਦੋਂ ਭਾਲੋਗੇ ਤੇ ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਨੂੰ ਲੱਭ ਪਾਵਾਂਗਾ। ਜਦ ਕਿ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਪਰਮੇਸ਼ਰ ਗੁਆਚਿਆ ਹੋਇਆ ਪਰਮੇਸ਼ਰ ਨਹੀਂ ਹੈ। ਪਰਮੇਸ਼ਰ ਗੁਆਚਿਆ ਹੋਇਆ ਨਹੀਂ ਕਿ ਅਸੀਂ ਉਸ ਨੂੰ ਲੱਭਦੇ ਫਿਰੀਏ ਤੇ ਤਾਂ ਕਿ ਉਹ ਸਾਨੂੰ ਲੱਭੇਗਾ। ਬਾਈਬਲ ਸਾਨੂੰ ਇੱਥੇ ਕੁਝ ਇਸ ਤੋਂ ਵੀ ਵਧੇਕ ਦੱਸਦੀ ਹੈ। ਪਰਮੇਸ਼ਰ ਦਾ ਵਚਨ ਸਾਨੂੰ ਇੱਥੇ ਸਪਸ਼ਟਤਾ ਨਾਲ ਇਹ ਕਹਿਣਾ ਚਾਹੁੰਦਾ ਹੈ, ਦੱਸਦਾ ਹੈ ਕਿ ਇਹ ਇੱਕ ਫੈਲੋਸ਼ਿਪ ਦੀ ਗੱਲ ਕੀਤੀ ਗਈ। ਸਾਡਾ ਪਰਮੇਸ਼ਰ ਦੇ ਨਾਲ ਸੰਬੰਧ, ਪਰਮੇਸ਼ਰ ਦੇ ਨਾਲ ਸਾਡੀ ਨਿਕਟਤਾ, ਪਰਮੇਸ਼ਰ ਦੇ ਨਾਲ ਸਾਡੀ ਸੰਗਤੀ, ਪਰਮੇਸ਼ਰ ਨਾਲ ਸਾਡਾ ਮਿਲਾਪ, ਜਦੋਂ ਅਸੀਂ ਪਰਮੇਸ਼ਰ ਲਈ ਤਰਸਦੇ ਹਾਂ, ਜਦੋਂ ਅਸੀਂ ਪਰਮੇਸ਼ਰ ਨੂੰ ਪ੍ਰੇਮ ਕਰਦੇ, ਜਦੋਂ ਅਸੀਂ ਉਸ ਦੀ ਆਰਾਧਨਾ ਕਰਦੇ ਹਾਂ, ਜਦੋਂ ਅਸੀਂ ਉਸ ਦੀ ਵਰਸ਼ਿਪ ਕਰਦੇ ਹਾਂ, ਜਦੋਂ ਅਸੀਂ ਉਸ ਦੇ ਨਾਲ ਫੈਲੋਸ਼ਿਪ ਵਧਾਉਂਦੇ ਹਾਂ, ਜਿਵੇਂ ਜਿਵੇਂ ਅਸੀਂ ਪਰਮੇਸ਼ਰ ਦੀ ਨਿਕਟਤਾ ਦੇ ਵਿੱਚ ਵੱਧਦੇ ਹਾਂ, ਬਾਈਬਲ ਸਾਨੂੰ ਦੱਸਦੀ ਹੈ ਕਿ ਤੁਸੀਂ ਮੈਨੂੰ ਭਾਲੋਗੇ ਤੇ ਲੱਭਾਂਗਾ ਮੈਂ ਤੁਹਾਨੂੰ। ਤੁਸੀਂ ਯਾਦ ਰੱਖੋ ਬਾਈਬਲ 'ਚ ਕਿਹਾ ਜਦ ਤੁਸੀਂ ਆਪਣੇ ਪੂਰੇ ਦਿਲ ਨਾਲ ਲੱਭੋਗੇ। ਫਿਰ ਸਾਨੂੰ ਪਰਮੇਸ਼ਰ ਦੀ ਆਰਾਧਨਾ, ਉਸ ਦੀ ਵਰਸ਼ਿਪ ਪਰਮੇਸ਼ਰ ਦੇ ਨੇੜੇ ਲੈ ਕੇ ਜਾਂਦੀ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਨੇ ਕਿਹਾ ਕਿ ਮੈਂ ਤੁਹਾਨੂੰ ਲੱਭ ਪਾਵਾਂਗਾ। ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਮੱਤੀ ਦੀ ਅੰਜੀਲ ਦੇ ਵਿੱਚ ਵੀ ਆਖਿਆ ਸੀਗਾ, ਮੰਗੋ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤੁਸੀਂ ਪਾਓਗੇ, ਖਟਖਟਾਓ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਇੱਥੇ ਲਿਖਿਆ ਸੀ ਜਦ ਤੁਸੀਂ ਢੂੰਡੋਗੇ ਤਾਂ ਤੁਹਾਨੂੰ ਲੱਭੇਗਾ। ਯਿਸੂ ਮਸੀਹ ਨੇ ਕਿਹਾ ਸੀ ਕਿ ਜਦ ਤੁਸੀਂ ਢੂੰਡੋਗੇ ਤੁਹਾਨੂੰ ਲੱਭੇਗਾ। ਅਸੀਂ ਜਾਣਦੇ ਹਾਂ ਕਿ ਮੰਗਣ ਵਾਲਾ ਵਿਅਕਤੀ ਜਦ ਤੱਕ ਉਸ ਨੂੰ ਨਹੀਂ ਮਿਲਦਾ ਉਹ ਮੰਗਣਾ ਨਹੀਂ ਛੱਡਦਾ। ਧਿਆਨ ਦਿਓ, ਇੱਥੇ ਅਸੀਂ ਮੰਗਣ ਦੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਜਾਣਦੇ ਹੋ ਕਿ ਅਗਰ ਕਿਸੇ ਭਿਖਾਰੀ ਨੂੰ ਅਸੀਂ ਵੇਖਦੇ ਹੋ ਕਿ ਉਹ ਜਦੋਂ ਤੁਹਾਡੇ ਖਹਿੜੇ ਪੈ ਜਾਂਦਾ ਹੈ ਤਾਂ ਤੁਸੀਂ ਤਰਸ ਖਾ ਕੇ ਉਸ ਨੂੰ ਦਿੰਦੇ ਹੋ, ਕਿਉਂਕਿ ਉਹ ਤੁਹਾਡੇ 'ਤੇ ਬਹੁਤ ਈਮਾਨ ਨਾਲ ਤੁਹਾਡੇ ਕੋਲ ਕੀ ਕਰ ਰਿਹਾ ਹੁੰਦਾ ਹੈ, ਮੰਗ ਰਿਹਾ ਹੁੰਦਾ ਕਿ ਮੈਂ ਲੈਣਾ ਹੀ ਤਾਂ ਲੈਣਾ। ਅਤੇ ਇਸ ਦਾ ਮਤਲਬ ਇਹ ਹੈ, ਮੈਂ ਉਸ ਤਰ੍ਹਾਂ ਗੱਲ ਨਹੀਂ ਕਰ ਰਿਹਾ। ਬਾਈਬਲ ਇਹ ਦੱਸਦੀ ਹੈ ਕਿ ਅਸੀਂ ਇੱਥੇ ਢੂੰਡਣ ਦੀ ਗੱਲ ਕਰਦੇ ਹਾਂ। ਜਦੋਂ ਢੂੰਡਦੇ ਹਾਂ ਅਸੀਂ ਕਿਸੇ ਚੀਜ਼ ਨੂੰ, ਜਦ ਤੱਕ
ਅਸੀਂ ਉਸ ਨੂੰ ਲੱਭ ਨਾ ਲਈਏ, ਸਾਡੀ ਸਰਚ ਖਤਮ ਨਹੀਂ ਹੋ ਜਾਂਦੀ। ਮੇਰੇ ਅਜ਼ੀਜ਼ੋ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਜਦੋਂ ਪਰਮੇਸ਼ਵਰ ਦੇ ਨਿਕਟਤਾ ਦੇ ਵਿੱਚ ਜਾਂਦੇ ਨੇ, ਉਹ ਸਿਰਫ ਜਸਟ ਫਾਰਮੈਲਿਟੀ ਕਰਦੇ ਨੇ, ਪਰ ਫਾਰਮੈਲਿਟੀ ਕਰਨ ਨਾਲ ਕੁਝ ਨਹੀਂ ਲੱਭਦਾ। ਖਟਕਾਉਣ ਦਾ ਮਤਲਬ ਕੀ ਹੈ? ਜਦ ਤੱਕ ਖੁੱਲ੍ਹ ਨਾ ਜਾਵੇ ਉਦ ਤੱਕ ਖੜਕਾਉਂਦੇ ਰਹਿਣਾ। ਮੇਰੇ ਅਜ਼ੀਜ਼ੋ, ਅਸੀਂ ਤੇ ਵੇਖਦੇ ਹਾਂ ਪਰਮੇਸ਼ਵਰ ਦਾ ਵਚਨ ਜਿਹੜਾ ਅਸੀਂ ਇਹਦੇ ਵਿੱਚ ਲੱਭ ਰਹੇ ਹਾਂ ਕਿ ਢੂੰਡੋ ਤਾਂ ਤੁਹਾਨੂੰ ਲੱਭੇਗਾ। ਢੂੰਡਣਾ ਕੀ ਹੈ? ਬਾਈਬਲ 'ਚ ਲਿਖਿਆ ਹੈ ਕਿ ਸਾਰੇ ਦਿਲ ਨਾਲ ਤੁਸੀਂ ਮੈਨੂੰ ਢੂੰਡੋਗੇ ਤੇ ਮੈਂ ਤੁਹਾਨੂੰ ਲੱਭ ਪਾਵਾਂਗਾ। ਪਰਮੇਸ਼ਵਰ ਦਾ ਵਾਕ ਹੈ, ਪਰਮੇਸ਼ਵਰ ਦਾ ਵਚਨ ਹੈ ਕਿ ਤੁਹਾਨੂੰ ਮੈਂ ਮਿਲਾਂਗਾ। ਪਰ ਉਹਦੇ ਵਾਸਤੇ ਕਰਨਾ ਕੀ ਹੈ? ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਪੂਰੇ ਦਿਲ ਦੇ ਨਾਲ ਅਸੀਂ ਪਰਮੇਸ਼ਵਰ ਨਾਲ ਆਪਣੀ ਫੈਲੋਸ਼ਿਪ ਨੂੰ ਮਜ਼ਬੂਤ ਕਰਨਾ ਹੈ। ਇੱਕ ਮਜ਼ਬੂਤ ਇੱਛਾ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾ ਹੈ। ਬਹੁਤ ਵਾਰ ਅਸੀਂ ਵੇਖਦੇ ਹਾਂ ਕਿ ਲੋਕ ਸਿਰਫ ਇਸ ਲਈ ਪਰਮੇਸ਼ਵਰ ਕੋਲ ਆਉਂਦੇ ਨੇ ਕਿ ਜਦੋਂ ਸਭ ਕੁਝ ਸਮਾਪਤ ਹੋ ਜਾਏਗਾ ਤਾਂ ਅਸੀਂ ਸਿਰਫ ਪ੍ਰਾਰਥਨਾ ਕਰਵਾਉਣੀ ਹੈ। ਮੇਰੇ ਅਜ਼ੀਜ਼ੋ, ਕਈ ਲੋਕ ਆਰਾਧਨਾ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ, ਵਰਸ਼ਿਪ ਨਹੀਂ ਕਰਦੇ। ਸਿਰਫ ਉਹ ਸੋਚਦੇ ਨੇ ਕਿ ਅਜੇ ਤਾਂ ਵਰਸ਼ਿਪ ਚੱਲ ਰਹੀ ਹੋਣੀ, ਆਪਾਂ ਲੇਟ ਜਾਵਾਂਗੇ। ਚਰਚ ਜਾਣ ਵਾਲੇ ਵੀ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ। ਪਰ ਮੇਰੇ ਅਜ਼ੀਜ਼ੋ, ਸਿਰਫ ਬਹੁਤ ਸਾਰੇ ਲੋਕ ਤਾਂ ਇਸ ਲਈ ਵੀ ਉਹਦਾ ਆਨੰਦ ਲੈ ਰਹੇ ਹੁੰਦੇ ਕਿ ਠੀਕ ਹੈ, ਉਹ ਵਰਸ਼ਿਪ ਕਰ ਰਹੇ ਨੇ, ਆਪਾਂ ਆਰਾਮ ਨਾਲ ਬੈਠੇ ਹਾਂ, ਰੱਬ ਦਾ ਬੜਾ ਮਜ਼ਾ ਆ ਰਿਹਾ, ਆਪਾਂ ਬਹੁਤ ਅੱਛਾ ਮਹਿਸੂਸ ਕਰਦੇ ਹਾਂ। ਪਰ ਇੱਕ ਚੀਜ਼ ਅਸੀਂ ਭੁੱਲ ਜਾਂਦੇ ਹਾਂ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੀ ਵਰਸ਼ਿਪ ਕਰਨੀ ਹੈ, ਆਪਾਂ ਪਰਮੇਸ਼ਵਰ ਦੀ ਆਰਾਧਨਾ ਕਰਨੀ ਹੈ। ਅਸੀਂ ਦਿਲ ਤੋਂ ਉਸ ਨੂੰ ਢੂੰਡਣਾ, ਅਸੀਂ ਖੁਦ ਆਪ ਮੂੰਹ ਖੋਲ੍ਹਣਾ ਹੈ ਪਰਮੇਸ਼ਵਰ ਦੇ ਲਈ। ਜਿਵੇਂ ਅਸੀਂ ਪਰਮੇਸ਼ਵਰ ਦੀ ਆਰਾਧਨਾ ਲਈ ਮੂੰਹ ਖੋਲ੍ਹਾਂਗੇ, ਜਿਵੇਂ ਅਸੀਂ ਆਪਣੇ ਦਿਲ ਤੋਂ ਪਰਮੇਸ਼ਵਰ ਨਾਲ ਜੁੜਾਂਗੇ, ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਮੈਂ ਤੁਹਾਨੂੰ ਲੱਭਾਂਗਾ। ਔਰ ਇਸ ਤੋਂ ਬਾਅਦ ਇੱਕ ਗੱਲ ਲਿਖੀ, ਮੈਂ ਤੁਹਾਡੀ ਇਸਤਰੀ ਨੂੰ ਮੁਕਾ ਦਿਆਂਗਾ। ਔਰ ਬਾਈਬਲ ਦੱਸੀ ਕਿ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ, ਕਹਿੰਦਾ ਜਿੱਥੇ ਪਰਮੇਸ਼ਵਰ ਤੁਹਾਨੂੰ ਕਹਿੰਦਾ ਇਕੱਠਾ ਕਰਕੇ ਪਰਮੇਸ਼ਵਰ ਤੁਹਾਨੂੰ ਕੀ ਕਰੇਗਾ? ਉਸ ਸਥਾਨ 'ਤੇ ਮੋੜ ਲਿਆਵੇਗਾ, ਤੁਹਾਡੀ ਇਸਤਰੀ ਨੂੰ ਮੁਕਾ ਦੇਗਾ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਉਹ ਤੁਹਾਡੀ ਸਾਰੀ ਗੁਲਾਮੀ ਤੋਂ ਪਰਮੇਸ਼ਵਰ ਤੁਹਾਨੂੰ ਛੁਡਾਵੇਗਾ। ਅੱਜ ਵੀ ਅਸੀਂ ਵੇਖਦੇ ਹਾਂ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ, ਬਹੁਤ ਸਾਰੀਆਂ ਚੀਜ਼ਾਂ, ਅਲੱਗ-ਅਲੱਗ ਚੀਜ਼ਾਂ ਨੇ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਉਹਨਾਂ ਦੇ ਗੁਲਾਮ ਹਨ। ਅਸੀਂ ਦੇਖਦੇ ਹਾਂ ਕਿ ਫੋਰ ਐਗਜ਼ਾਮਪਲ ਜਿਵੇਂ ਕਿ ਜਿਹੜੇ ਲੋਕ ਟੀਵੀ ਦੇ ਟੈਲੀਵਿਜ਼ਨ ਦੇ ਗੁਲਾਮ ਨੇ, ਉਹ ਟੀਵੀ ਵੇਖੇ ਤੋਂ ਬਗੈਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਬਹੁਤ ਸਾਰੇ ਮੋਬਾਈਲ ਦੇ ਗੁਲਾਮ ਨੇ, ਮੋਬਾਈਲ ਨੂੰ ਵੇਖਦੇ ਰਹਿਣਗੇ। ਬਹੁਤ ਸਾਰੇ ਲੋਕ ਨੇ ਜਿਹੜੇ ਗੇਮ ਖੇਡਣਾ ਚਾਹੁੰਦੇ ਨੇ। ਬਹੁਤ ਸਾਰੇ ਲੋਕ ਅਲੱਗ-ਅਲੱਗ ਤਰੀਕੇ ਨਾਲ, ਕਈ ਨਸ਼ੇ ਦੇ ਗੁਲਾਮ ਨੇ। ਬਾਈਬਲ ਦੱਸਦੀ ਹੈ ਕਿ ਜਿਹੜੀ ਜਾਨ ਪਾਪ ਕਰਦੀ ਹੈ ਉਹ ਪਾਪ ਦੀ ਗੁਲਾਮ ਹੈ। ਖੁਦਾ ਦਾ ਕਲਾਮ ਕਹਿੰਦਾ ਹੈ ਕਿ ਜਦ ਤੁਸੀਂ ਪਰਮੇਸ਼ਵਰ ਨਾਲ ਉਸ ਦੀ ਫੈਲੋਸ਼ਿਪ ਵਿੱਚ ਮਜ਼ਬੂਤ ਹੁੰਦੇ ਜਾਂਦੇ ਹੋ ਤਾਂ ਤੁਹਾਨੂੰ ਪਰਮੇਸ਼ਵਰ ਹਰ ਗੁਲਾਮੀ ਤੋਂ ਆਜ਼ਾਦ ਕਰਦਾ ਹੈ। ਪਰਮੇਸ਼ਵਰ ਤੁਹਾਨੂੰ ਹਰ ਗੁਲਾਮੀ ਵਿੱਚੋਂ ਕੱਢ ਲੈਂਦਾ ਹੈ। ਔਰ ਫਿਰ ਪਰਮੇਸ਼ਵਰ ਦਾ ਵਚਨ ਇਹ ਵੀ ਦੱਸਦਾ ਹੈ ਕਿ ਪਰਮੇਸ਼ਵਰ ਤੁਹਾਨੂੰ ਉੱਚਿਆਂ ਕਰਦਾ ਹੈ ਅਤੇ ਪਰਮੇਸ਼ਵਰ ਤੁਹਾਡੀ ਸਾਰੀ ਗੁਲਾਮੀ ਨੂੰ ਮੁਕਾ ਦੇਵੇਗਾ ਔਰ ਪਰਮੇਸ਼ਵਰ ਤੁਹਾਨੂੰ ਮੋੜ ਲਿਆਵੇਗਾ ਉਸ ਸਥਾਨ 'ਤੇ ਜਿੱਥੋਂ ਅਸੀਂ ਆਪਣੇ ਉਸ ਸਥਾਨ ਨੂੰ ਗਵਾ ਚੁੱਕੇ, ਜਿੱਥੋਂ ਅਸੀਂ ਵੇਖਿਆ ਕਿ ਆਦਮ ਅਤੇ ਹਵਾ ਨੂੰ ਆਦਮ ਦੀ ਬਾਟਕਾ 'ਚੋਂ ਕੱਢ ਦਿੱਤਾ ਗਿਆ ਔਰ ਉੱਥੇ ਅਗਨੀਮਈ ਸ਼ੋਲੇਮਈ ਤਲਵਾਰਾਂ ਦੀ ਵਾੜ ਲਗਾ ਦਿੱਤੀ ਗਈ ਤਾਂ ਕਿ ਮਨੁੱਖ ਉੱਥੇ ਦਾਖਲ ਨਾ ਹੋ ਸਕੇ। ਕਿਉਂਕਿ ਖੁਦਾ ਦਾ ਕਲਾਮ ਕਹਿੰਦਾ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਮਨੁੱਖ ਪਾਪ ਵਿੱਚ ਸਦਾ ਲਈ ਜਿਉਂਦਾ ਰਹੇ। ਇਸ ਲਈ ਪਰਮੇਸ਼ਵਰ ਨੇ ਉਸ ਸਥਾਨ 'ਤੇ ਅਗਨੀਮਈ ਸ਼ੋਲੇਮਈ ਤਲਵਾਰਾਂ ਦੀ ਵਾੜ ਲਗਾਈ ਤਾਂ ਕਿ ਉਹ ਉਸ ਜਿਉਣ ਦੇ ਬ੍ਰਿਕਸ਼ ਤੋਂ ਖਾ ਕੇ ਪਾਪ ਵਿੱਚ ਸਦਾ ਲਈ ਜਿਉਂਦਾ ਨਾ ਰਹੇ। ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਹੁਣ ਉਹ ਲੋਕ ਜਿਹੜੇ ਮਸੀਹ ਵਿੱਚ ਦਾਖਲ ਹੋ ਗਏ ਨੇ, ਜਿਹੜੇ ਪਰਮੇਸ਼ਵਰ ਨਾਲ ਫੈਲੋਸ਼ਿਪ ਵਿੱਚ ਅੱਜ ਬੰਧੇ ਹੋਏ ਨੇ, ਜਿਹੜੇ ਮਜ਼ਬੂਤ ਇੱਛਾ ਨਾਲ ਪਰਮੇਸ਼ਵਰ ਨੂੰ ਢੂੰਡਦੇ ਨੇ, ਉਹਨਾਂ ਨੂੰ ਇੱਕ ਦਿਨ ਉਹ ਫਲ ਫਿਰ ਤੋਂ ਦਿੱਤਾ ਜਾਵੇਗਾ। ਔਰ ਬਾਈਬਲ ਦੱਸਦੀ ਹੈ ਕਿ ਉਹ ਜੀਵਨ ਦਾ ਬ੍ਰਿਕਸ਼ ਜਿਹੜਾ ਹੈ ਉਸ ਸਥਾਨ 'ਤੇ ਹੈ ਜਿੱਥੇ ਪਰਮੇਸ਼ਵਰ ਸਾਨੂੰ ਲੈ ਕੇ ਜਾਣ ਵਾਲਾ ਹੈ। ਔਰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ, ਇਸ ਲਈ ਲਿਖਿਆ ਕਿ ਢੂੰਡੋ ਤੁਹਾਨੂੰ ਲੱਭੇਗਾ। ਤਾਂ ਅੱਜ ਤੁਹਾਡੇ ਤੋਂ ਵੀ ਮੈਂ ਆਸ ਰੱਖਦਾ ਕਿ ਪਰਮੇਸ਼ਵਰ ਨੂੰ ਢੂੰਡਣਾ ਹੈ ਔਰ ਕਿਵੇਂ ਢੂੰਡਣਾ ਹੈ? ਪੂਰੇ ਦਿਲ ਦੇ ਨਾਲ। ਕਈ ਵਾਰ ਅਸੀਂ ਦੇਖਦੇ ਹਾਂ ਪੂਰੇ ਦਿਲ ਦੇ ਨਾਲ ਨਹੀਂ ਢੂੰਡਦੇ। ਦਿਲ ਜਿਹੜਾ ਇਨਸਾਨ ਕੋਲ ਇੱਕੋ ਹੀ ਹੈ ਔਰ ਉਹਦੇ ਬਾਰੇ ਮੈਂ ਲਾਸਟ ਜਿਹੜੇ ਆਪਣੇ ਵਚਨ ਦੇ ਵਿੱਚ ਤੁਹਾਨੂੰ ਦੱਸ ਚੁੱਕਾ, ਤੁਸੀਂ ਸੁਣੇ ਹੋਣਗੇ, ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਪਰਮੇਸ਼ਵਰ ਸਾਨੂੰ ਇੱਕ ਨਵਾਂ ਦਿਲ ਅਤੇ ਨਵਾਂ ਰੂਹ ਦਿੰਦਾ ਹੈ ਅਤੇ ਉਹ ਦਿਲ ਜਿਹੜਾ ਹੈ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨ ਵਾਲਾ ਦਿਲ ਹੈ। ਸੋ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ, ਪਰਮੇਸ਼ਵਰ ਦੇ ਵਚਨ ਦੇ ਵਿੱਚ ਸਾਨੂੰ ਇਹ ਸਪਸ਼ਟਤਾ ਨਾਲ ਪਤਾ ਚੱਲਦਾ ਹੈ ਕਿ ਪੂਰੇ ਦਿਲ ਨਾਲ ਪਰਮੇਸ਼ਵਰ ਨੂੰ ਢੂੰਡਣਾ। ਪੂਰੇ ਦਿਲ ਨਾਲ ਢੂੰਡਣ ਦੀ ਜਦੋਂ ਗੱਲ ਆਉਂਦੀ ਹੈ ਤਾਂ 4 ਗੱਲਾਂ ਜਿਹੜੀਆਂ ਸਾਨੂੰ ਕਦੀ ਵੀ ਭੁੱਲਣੀਆਂ ਨਹੀਂ ਚਾਹੀਦੀਆਂ ਕਿ ਪਰਮੇਸ਼ਵਰ ਵਾਸਤੇ ਜਦੋਂ ਅਸੀਂ ਉਸ ਨੂੰ ਢੂੰਡਣਾ ਹੈ ਤਾਂ ਮੈਂ ਬਹੁਤ ਵਾਰੀ ਬਹੁਤ ਸਾਰੇ ਲੋਕਾਂ ਨੂੰ ਵੇਖਦਾ ਕਿ ਉਹ ਆਉਂਦੇ ਨੇ ਚਰਚ ਦੇ ਵਿੱਚ ਲੇਕਿਨ ਪ੍ਰਾਰਥਨਾ ਲਈ ਮੂੰਹ ਨਹੀਂ ਖੋਲ੍ਹਦੇ, ਪ੍ਰਾਰਥਨਾ ਦੇ ਵਿੱਚ ਲੇਜ਼ੀ ਨੇ, ਪ੍ਰਾਰਥਨਾ ਦੇ ਵਿੱਚ ਉਹ ਆਪਣਾ ਮੂੰਹ ਨਹੀਂ ਖੋਲ੍ਹਦੇ, ਆਰਾਧਨਾ ਦੇ ਵਿੱਚ ਆਪਣਾ ਮੂੰਹ ਨਹੀਂ ਖੋਲ੍ਹਦੇ। ਤਾਂ ਮੈਂ ਇੱਕ ਦੱਸਣਾ ਚਾਹੁੰਦਾ, ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਆ, ਇਹ ਸਮਝਣਾ ਬਹੁਤ ਜ਼ਰੂਰੀ ਹੈ ਸਾਨੂੰ ਕਿ ਖੁਦਾ ਕਦੇ ਵੀ ਆਲਸੀ ਲੋਕਾਂ ਨੂੰ ਇਸਤੇਮਾਲ ਨਹੀਂ ਕਰਦਾ। ਜਿਹੜੇ ਲੋਕ ਮਿਹਨਤ ਨਹੀਂ ਕਰਦੇ, ਜਿਹੜੇ ਲੋਕ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਤਿਆਰ ਨਹੀਂ ਕਰਦੇ,
ਉਹ ਪਰਮੇਸ਼ਵਰ ਕਦੀ ਵੀ ਆਲਸੀਆਂ ਨੂੰ ਇਸਤੇਮਾਲ ਨਹੀਂ ਕਰਦਾ। ਤੁਸੀਂ ਪਰਮੇਸ਼ਵਰ ਦੇ ਵਚਨ 'ਚ ਵੇਖੋ, ਪਰਮੇਸ਼ਵਰ ਨੇ ਜਿਨ੍ਹਾਂ ਨੂੰ ਵੀ ਚੁਣਿਆ ਉਹ ਲੋਕ ਮਿਹਨਤੀ ਲੋਕ ਸਨ, ਪਰਮੇਸ਼ਵਰ ਦੀ ਮਹਿਮਾ ਕਰਨ ਲਈ ਵੀ, ਔਰ ਸੰਸਾਰਿਕ ਤੌਰ 'ਤੇ ਵੀ ਹਾਰਡ ਵਰਕ ਕਰਨ ਵਾਲੇ ਲੋਕ ਸਨ। ਪਰਮੇਸ਼ਵਰ ਨੇ ਉਹਨਾਂ ਨੂੰ ਇਸਤੇਮਾਲ ਕੀਤਾ। ਜਿਵੇਂ ਲਾਈਕ ਜਦੋਂ ਮੈਂ ਅਲੀਸ਼ਾ ਦੇ ਬਾਰੇ ਪੜ੍ਹਦਾ, ਪਰਮੇਸ਼ਵਰ ਦੇ ਵਚਨ 'ਚ ਬਹੁਤ ਸਪਸ਼ਟਤਾ ਨਾਲ ਲਿਖਿਆ ਹੋਇਆ ਕਿ ਅਲੀਸ਼ਾ ਜਿਹੜਾ ਸੀਗਾ ਉਹ ਇੱਕ ਖੇਤੀਬਾੜੀ ਕਰਨ ਵਾਲਾ ਵਿਅਕਤੀ ਸੀ, ਔਰ ਉਸਨੇ ਕਿਵੇਂ ਤੁਸੀਂ ਦੇਖੋ ਕਿੰਨੇ ਬਲਦ ਸੀਗੇ ਉਹਦੇ ਕੋਲ, ਕਿੱਡਾ ਵੱਡਾ ਹਲ ਸੀ, ਔਰ ਉਹ ਇਕੱਲਾ ਹੀ ਇੰਨੇ ਬਲਦਾਂ ਨੂੰ ਹੱਕਦਾ ਸੀਗਾ, ਔਰ ਪਰਮੇਸ਼ਵਰ ਨੇ ਉਸ ਨੂੰ ਚੁਣਿਆ। ਮੈਂ ਇੱਕ ਗੱਲ ਵੇਖੀ ਹੈ ਕਿ ਪਰਮੇਸ਼ਵਰ ਆਲਸੀਆਂ ਨੂੰ ਕਦੀ ਵੀ ਚੁਣਦਾ ਨਹੀਂ, ਆਲਸੀਆਂ ਦੇ ਕੋਲ ਪਰਮੇਸ਼ਵਰ ਜਾਂਦਾ ਨਹੀਂ। ਆਲਸੀਆਂ ਦੇ ਬਾਰੇ ਬਾਈਬਲ 'ਚ ਬਹੁਤ ਕੁਝ ਲਿਖਿਆ, ਪਰ ਮੈਂ ਇੱਕ ਚੀਜ਼ ਤੁਹਾਨੂੰ ਜੋ ਦੱਸਣਾ ਚਾਹੁੰਦਾ ਉਹ ਬਹੁਤ ਜ਼ਰੂਰੀ ਹੈ ਕਿ 4 ਗੱਲਾਂ ਖੁਦਾ ਦੀ ਫੈਲੋਸ਼ਿਪ ਵਿੱਚ ਵਧਣ ਲਈ ਬਹੁਤ ਜ਼ਰੂਰੀ ਨੇ। ਪਹਿਲੀ ਗੱਲ, ਤੁਹਾਡੇ ਅੰਦਰ ਪਰਮੇਸ਼ਵਰ ਲਈ ਇੱਕ ਅਣਖ ਹੋਣੀ ਚਾਹੀਦੀ ਹੈ। ਜੇ ਤੁਹਾਡੇ ਅੰਦਰ ਪਰਮੇਸ਼ਵਰ ਲਈ ਅਣਖ ਹੈ ਤਾਂ ਤੁਸੀਂ ਪਰਮੇਸ਼ਵਰ ਲਈ ਇੱਕ ਜੈਲਸ ਜੋ ਇੱਕ ਅਣਖ ਹੈ ਉਹ ਰੱਖਦੇ ਹੋ ਕਿ ਖੁਦਾ ਸਾਡਾ ਪਰਮੇਸ਼ਵਰ ਜਿਹੜਾ ਹੈਗਾ, ਜਿਵੇਂ ਕਿ ਦਾਊਦ ਅਣਖ ਰੱਖਦਾ ਸੀ ਪਰਮੇਸ਼ਵਰ ਦੇ ਲਈ, ਔਰ ਯੀਸ਼ੂ ਮਸੀਹ ਦੇ ਬਾਰੇ ਬਾਈਬਲ ਸਾਨੂੰ ਦੱਸਦੀ ਕਿ ਉਸ ਦੇ ਅੰਦਰ ਪਰਮੇਸ਼ਵਰ ਦੇ ਲਈ ਇੱਕ ਗੈਰਤ ਸੀ। ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਸਾਡੇ ਅੰਦਰ ਵੀ ਜਿਉਂਦੇ ਪਰਮੇਸ਼ਵਰ ਲਈ ਅਣਖ ਹੋਣੀ ਚਾਹੀਦੀ ਹੈ, ਕਿਉਂਕਿ ਉਹ ਅਣਖੀ ਪਰਮੇਸ਼ਵਰ ਹੈ। ਔਰ ਬਹੁਤ ਵਾਰ ਅਸੀਂ ਪਰਮੇਸ਼ਵਰ ਨੂੰ ਲਾਈਟਲੀ ਲੈਂਦੇ ਹਾਂ, ਪਰਮੇਸ਼ਵਰ ਦੀ ਕੋਈ ਪਰਵਾਹ ਨਹੀਂ ਕਰਦੇ। ਦਾਊਦ ਨੂੰ ਇੰਨੀ ਅਣਖ ਸੀ ਪਰਮੇਸ਼ਵਰ ਲਈ ਕਿ ਦਾਊਦ ਇੱਕ ਆਰਾਧਕ ਸੀ ਪਰਮੇਸ਼ਵਰ ਦਾ, ਯਾਦ ਰੱਖਣਾ ਇਸ ਗੱਲ ਨੂੰ। ਔਰ ਦਾਊਦ ਆਰਾਧਕ ਸੀ ਔਰ ਪਰਮੇਸ਼ਵਰ ਦੇ ਲਈ ਉਹ ਅਣਖ ਰੱਖਦਾ ਸੀ। ਉਹਨੇ ਦੇਖਿਆ ਕਿ ਜਦੋਂ ਉਸਦੇ ਪਰਮੇਸ਼ਵਰ ਦੀ ਇੱਕ ਪਲਿਸ਼ਤੀ ਨਿੰਦਾ ਕਰਦਾ ਤਾਂ ਉਸ ਤੋਂ ਬਰਦਾਸ਼ਤ ਨਹੀਂ ਹੋਇਆ। ਇਹ ਗੱਲ ਸੋਚਣ ਵਾਲੀ ਹੈ ਕਿ ਤੁਹਾਡੇ ਅੰਦਰ ਪਰਮੇਸ਼ਵਰ ਲਈ ਕਿੰਨੀ ਅਣਖ ਹੈ, ਕਿ ਅਸੀਂ ਪਰਮੇਸ਼ਵਰ ਨੂੰ ਕਿੰਨਾ ਪਿਆਰ ਕਰਦੇ ਹਾਂ। ਦੂਜੀ ਗੱਲ ਇਹ ਆਉਂਦੀ ਹੈ ਕਿ ਖੁਦਾ ਲਈ ਸਾਡੇ ਅੰਦਰ ਇੱਕ ਮੁਹੱਬਤ ਦਾ ਹੋਣਾ ਬਹੁਤ ਜ਼ਰੂਰੀ ਹੈ, ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਦਿਲ ਪਿਆਰ ਨਾਲ ਭਰਿਆ ਹੋਏਗਾ ਤਾਂ ਤੁਸੀਂ ਪਰਮੇਸ਼ਵਰ ਨਾਲ ਪ੍ਰੇਮ ਕਰੋਗੇ, ਕਿਉਂਕਿ ਖੁਦਾ ਦੇ ਕਲਾਮ 'ਚ ਲਿਖਿਆ ਕਿ ਪਰਮੇਸ਼ਵਰ ਸਾਨੂੰ ਪਿਆਰ ਕਰਦੇ ਹਨ। ਜੇ ਪਰਮੇਸ਼ਵਰ ਸਾਨੂੰ ਪਿਆਰ ਕਰਦੇ ਹਨ ਤਾਂ ਪਲਟ ਕੇ ਤੁਹਾਡਾ ਤੇ ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਵੀ ਖੁਦਾ ਨਾਲ ਪਿਆਰ ਕਰੀਏ, ਕਿਉਂਕਿ ਉਸ ਨੇ ਸਾਡੇ ਨਾਲ ਪਿਆਰ ਕੀਤਾ। ਔਰ ਇਸ ਲਈ ਤੁਹਾਨੂੰ ਆਪਣੇ ਪਿਆਰ ਦਾ ਪਰਮੇਸ਼ਵਰ ਲਈ ਇਜ਼ਹਾਰ ਕਰਨਾ ਪੈਣਾ ਹੈ। ਤੁਸੀਂ ਪਰਮੇਸ਼ਵਰ ਦੇ ਨਾਲ ਅਗਰ ਪ੍ਰੇਮ ਕਰਦੇ ਹੋ ਤਾਂ ਪ੍ਰੇਮ ਤੁਹਾਨੂੰ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਪਰਮੇਸ਼ਵਰ ਨਾਲ ਕਿੰਨਾ ਪ੍ਰੇਮ ਕਰਦੇ ਹੋ। ਔਰ ਪਰਮੇਸ਼ਵਰ ਲਈ ਜਿਹੜਾ ਪ੍ਰੇਮ ਨਾਲ ਭਰਿਆ ਹੋਇਆ ਦਿਲ ਹੈ ਉਮੜਦਾ ਹੈ, ਔਰ ਤੁਹਾਡੇ ਅੰਦਰ ਵੀ ਉਹ ਉਮੜਨਾ ਚਾਹੀਦਾ ਹੈ। ਔਰ ਤੀਜੀ ਗੱਲ ਮੈਂ ਤੁਹਾਡੇ ਦੱਸਣਾ ਚਾਹੁੰਦਾ ਕਿ ਤੁਹਾਡੇ ਅੰਦਰ ਪਰਮੇਸ਼ਵਰ ਲਈ ਇੱਕ ਪੈਸ਼ਨ ਹੋਣਾ ਚਾਹੀਦਾ ਹੈ, ਜਨੂਨ ਹੋਣਾ ਚਾਹੀਦਾ ਹੈ। ਜੇ ਤੁਹਾਡੇ ਅੰਦਰ ਜਨੂਨ ਨਹੀਂ ਹੈ ਤਾਂ ਤੁਸੀਂ ਕਦੀ ਵੀ ਖੁਦਾ ਨੂੰ ਢੂੰਡ ਨਹੀਂ ਸਕਦੇ, ਖੁਦਾ ਨੂੰ ਕਦੀ ਪਾ ਨਹੀਂ ਸਕਦੇ। ਬਾਈਬਲ ਸਾਨੂੰ ਦੱਸਦੀ ਹੈ, ਬਹੁਤ ਸਪਸ਼ਟਤਾ ਦੇ ਨਾਲ ਦੱਸਦੀ ਹੈ ਕਿ ਜਦ ਤੁਸੀਂ ਦਿਲ ਤੋਂ ਢੂੰਡੋਗੇ ਤੁਸੀਂ ਪਾਓਗੇ। ਤੁਸੀਂ ਜਾਣਦੇ ਹੋ ਕਿ ਜਦੋਂ ਕਿਸੇ ਦੇ ਦਿਲ 'ਚ ਜਨੂਨ ਹੁੰਦਾ ਹੈ ਕਿ ਅਸੀਂ ਇਹ ਕੰਮ ਕਰਨਾ ਹੈ ਤੇ ਕਰਨਾ ਹੈ, ਤੇ ਉਹ ਵਿਅਕਤੀ ਕਦੀ ਵੀ ਉਸ ਕੰਮ ਤੋਂ ਫੇਲ ਨਹੀਂ ਹੁੰਦਾ। ਜੇ ਜਨੂਨ ਖਤਮ ਹੋ ਜਾਂਦਾ ਹੈ ਤੇ ਉਹ ਬੰਦਾ ਵੀ ਖਤਮ ਹੋ ਜਾਂਦਾ ਹੈ, ਉਹਦੇ ਇਰਾਦੇ ਵੀ ਖਤਮ ਹੋ ਜਾਂਦੇ ਨੇ। ਔਰ ਇਸ ਤੋਂ ਇਲਾਵਾ ਜਿਹੜੀ ਲਾਸਟ ਵਨ, ਚੌਥੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੇ ਅੰਦਰ ਪਰਮੇਸ਼ਵਰ ਲਈ ਜੋਸ਼ ਹੋਣਾ ਬਹੁਤ ਜ਼ਰੂਰੀ ਹੈ। ਅੱਜ ਸੰਸਾਰ ਦੇ ਵਿੱਚ ਅਸੀਂ ਵੇਖਦੇ ਹਾਂ, ਪਿਆਰੇ ਵਿਸ਼ਵਾਸੀਓ, ਮੇਰੇ ਭੈਣੋ ਭਰਾਵੋ, ਅਗਰ ਤੁਸੀਂ ਸੇਵਕ ਹੋ ਪ੍ਰਭੂ ਦੀ ਸੇਵਾ ਦੇ ਵਿੱਚੋਂ, ਤੁਹਾਨੂੰ ਇਹ ਗੱਲ ਸਿੱਖਣ ਦੀ ਜ਼ਰੂਰਤ ਹੈ ਕਿ ਅੱਜ ਜੋਸ਼ ਤਾਂ ਹੈ, ਬਹੁਤ ਸਾਰੇ ਕੰਮਾਂ ਲਈ ਜੋਸ਼ ਹੈ ਲੋਕਾਂ ਦੇ ਅੰਦਰ। ਸੰਸਾਰਿਕ ਤੌਰ 'ਤੇ ਅਗਰ ਜੋਸ਼ ਦੀ ਗੱਲ ਕਰੀਏ, ਕਿਸੇ ਵੀ ਵਿਸ਼ਵਾਸੀ ਨੂੰ, ਤੁਸੀਂ ਕਿਸੇ ਭੈਣ ਭਾਈ ਨੂੰ ਵੇਖਦੇ ਹੋ ਤਾਂ ਜੋਸ਼ ਤੁਹਾਨੂੰ ਨਜ਼ਰ ਆਉਂਦਾ ਹੈ ਜਦੋਂ ਤੁਸੀਂ ਦੇਖੋ ਕਿ ਉਹਨਾਂ ਦੇ ਕਿਸੇ ਖਾਸ ਫੰਕਸ਼ਨ 'ਚ ਜਾ ਕੇ ਦੇਖੋ, ਕਿਸੇ ਵਿਆਹ ਦੇ ਵਿੱਚ ਜਾ ਕੇ ਵੇਖੋ, ਤੇ ਲੋਕ ਹੋਰ ਚੀਜ਼ਾਂ ਦੇ ਉੱਤੇ ਆਪਣਾ ਪੂਰਾ ਜੋਸ਼ ਵਿਖਾਉਂਦੇ ਨੇ। ਜਿਹੜੇ ਬਿਮਾਰ ਤੋਂ ਬਿਮਾਰ ਲੋਕ ਨੇ ਉਹ ਵੀ ਉਸ ਦਿਨ ਬੜੇ ਕੀ ਕਰਦੇ ਨੇ, ਐਕਟਿਵ ਹੋ ਜਾਂਦੇ ਨੇ, ਕਹਿੰਦੇ ਕਿ ਬਹੁਤ ਵਧੀਆ ਸਮਾਂ ਹੈ ਤਾਂ ਇੰਜੋਏ ਕਰਨਾ ਚਾਹੀਦਾ। ਉਹ ਇੰਜੋਏ ਕਰਦੇ ਨੇ, ਉਹ ਪੂਰਾ ਆਨੰਦ ਲੈਂਦੇ ਨੇ, ਆਪਣਾ ਪੂਰਾ ਜੋਸ਼ ਸੰਸਾਰ ਦੇ ਲਈ ਯੂਜ਼ ਕਰਦੇ ਨੇ। ਉਹ ਸੰਸਾਰਿਕ ਆਨੰਦ ਦੇ ਵਿੱਚ ਆਪਣਾ ਜਿਹੜਾ ਜੋਸ਼ ਹੈ ਉਹ ਲਗਾ ਦਿੰਦੇ ਨੇ। ਉੱਥੇ ਉਹਨਾਂ ਦੇ ਅੰਦਰ ਜੋਸ਼ ਹੈ, ਪਰ ਜਿਹੜਾ ਜੋਸ਼ ਪਰਮੇਸ਼ਵਰ ਲਈ ਚਾਹੀਦਾ ਹੈ ਉਹ ਜੋਸ਼ ਨਜ਼ਰ ਨਹੀਂ ਆਉਂਦਾ। ਮੇਰੇ ਅਜ਼ੀਜ਼ੋ, ਉਹੀ ਲੋਕ ਜਦੋਂ ਤੁਸੀਂ ਪਰਮੇਸ਼ਵਰ ਦੀ ਗੱਲ ਕਰਦੇ ਹੋ ਤਾਂ ਬਿਲਕੁਲ ਚੁੱਪ ਹੋ ਜਾਂਦੇ ਨੇ, ਸਾਇਲੈਂਟ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਉਸੇ ਵੇਲੇ ਉਹ ਪ੍ਰਤੀਕਿਰਿਆ ਠੰਡੀ ਪੈ ਜਾਂਦੀ ਹੈ। ਪਰਮੇਸ਼ਵਰ ਲਈ ਕੋਈ ਉਹਨਾਂ ਦੇ ਅੰਦਰ ਜੋਸ਼ ਨਜ਼ਰ ਨਹੀਂ ਆਉਂਦਾ। ਬਹੁਤ ਸਾਰੇ ਲੋਕ ਨੇ ਜੋ ਤੁਸੀਂ ਘੰਟੇ ਬੈਠ ਕੇ ਉਹਨਾਂ ਨਾਲ ਗੱਲਾਂ ਕਰੋ ਤਾਂ ਸਾਰੇ ਗੱਲਾਂ ਲਈ ਉਹਨਾਂ ਦੇ ਕੋਲ ਜੋਸ਼ ਹੋਏਗਾ, ਪਰ ਜਦੋਂ ਤੁਸੀਂ ਪਰਮੇਸ਼ਵਰ ਦੀ ਗੱਲ ਕਰੋਗੇ ਤਾਂ ਉਹ ਉਸੇ ਵਕਤ ਆਪਣਾ ਜੋਸ਼ ਜਿਹੜਾ ਉਹਨਾਂ ਦਾ ਉੱਥੇ ਹੀ ਖਤਮ ਹੋ ਜਾਂਦਾ ਹੈ ਤੇ ਉਹ ਲੋਕ ਉੱਥੇ ਹੀ ਚੁੱਪ ਕਰ ਜਾਂਦੇ ਨੇ। ਮੇਰੇ ਅਜ਼ੀਜ਼ੋ, ਜੇ ਤੁਸੀਂ ਖੁਦਾ ਨਾਲ ਮੁਹੱਬਤ ਰੱਖਦੇ ਹੋ ਤਾਂ ਤੁਹਾਡੇ ਅੰਦਰ ਜਨੂਨ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਜੋਸ਼ ਹੋਣਾ ਵੀ ਬਹੁਤ ਜ਼ਰੂਰੀ ਹੈ। ਤੇ ਜਿਹੜਾ ਜੋਸ਼ ਹੈ ਬਿਨਾਂ ਹੋਸ਼ ਤੋਂ ਨਹੀਂ ਹੈਗਾ। ਯਾਦ ਰੱਖੋ ਕਿ ਪਰਮੇਸ਼ਵਰ ਲਈ ਜਿਹੜਾ ਜੋਸ਼ ਹੈ, ਪਰਮੇਸ਼ਵਰ ਦਾ ਰੂਹ ਸਾਨੂੰ ਗਿਆਨ ਤੇ ਬੁੱਧ ਤੇ ਸਮਝ ਦਾ ਆਤਮਾ ਹੈ, ਔਰ ਪਰਮੇਸ਼ਵਰ ਤੁਹਾਨੂੰ ਜੋਸ਼ ਵੀ ਦੇਵੇਗਾ ਤੇ ਨਾਲ ਪਰਮੇਸ਼ਵਰ ਤੁਹਾਨੂੰ ਉਸ ਦੀ ਸਮਝ ਵੀ ਦੇਵੇਗਾ। ਖੁਦਾ ਦਾ ਕਲਾਮ ਦੱਸਦਾ ਹੈ ਕਿ ਸਾਨੂੰ ਇਹਨਾਂ 4 ਚੀਜ਼ਾਂ ਦੇ ਮੁਤਾਬਿਕ ਜਦੋਂ ਅਸੀਂ ਪਰਮੇਸ਼ਵਰ ਨੂੰ ਢੂੰਡਾਂਗੇ ਤਾਂ ਜ਼ਰੂਰ ਪਾਵਾਂਗੇ, ਕਿਉਂਕਿ ਯੀਸ਼ੂ ਮਸੀਹ ਨੇ ਮਤੀ ਦੀ ਇੰਜੀਲ 7:7 ਦੇ ਵਿੱਚ ਕਿਹਾ, ਢੂੰਡੋਗੇ ਤਾਂ ਤੁਹਾਨੂੰ ਲੱਭੇਗਾ।
ਲੱਭਣ ਵਾਸਤੇ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਅੰਦਰ 4 ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਪਹਿਲੀ ਗੱਲ ਤੁਹਾਡੇ ਅੰਦਰ ਪਰਮੇਸ਼ਰ ਲਈ ਅਣਖ, ਔਰ ਪਰਮੇਸ਼ਰ ਲਈ ਦੂਜੀ ਗੱਲ ਪਿਆਰ, ਔਰ ਤੀਜੀ ਗੱਲ ਪਰਮੇਸ਼ਰ ਲਈ ਤੁਹਾਡੇ ਅੰਦਰ ਪੈਸ਼ਨ ਜਾਨੀ ਜਨੂਨ ਦਾ ਹੋਣਾ ਜ਼ਰੂਰੀ ਹੈ, ਔਰ ਚੌਥੀ ਗੱਲ ਤੁਹਾਡੇ ਅੰਦਰ ਪਰਮੇਸ਼ਰ ਲਈ ਜੋਸ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਜੋਸ਼ ਨਹੀਂ ਹੈਗਾ ਪਰਮੇਸ਼ਰ ਲਈ ਤਾਂ ਤੁਸੀਂ ਪਰਮੇਸ਼ਰ ਲਈ ਨਾ ਤਾਲੀ ਵਜਾ ਸਕਦੇ ਹੋ, ਨਾ ਪਰਮੇਸ਼ਰ ਦੀ ਆਰਾਧਨਾ ਕਰ ਸਕਦੇ ਹੋ, ਨਾ ਤੁਸੀਂ ਪਰਮੇਸ਼ਰ ਲਈ ਕੁਝ ਗਾ ਸਕਦੇ ਹੋ, ਨਾ ਪਰਮੇਸ਼ਰ ਲਈ ਕੁਝ ਬੋਲ ਸਕਦੇ ਹੋ। ਇਹ ਸਭ ਚੀਜ਼ਾਂ ਲਈ ਤੁਹਾਨੂੰ ਇਹਨਾਂ 4 ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਔਰ ਇਸ ਲਈ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦੇ ਵਿੱਚ ਜਦੋਂ ਅਸੀਂ ਜ਼ਬੂਰਾਂ ਦੀ ਕਿਤਾਬ ਉਸ ਦਾ 63 ਜ਼ਬੂਰ ਤੇ ਉਸ ਦਾ ਇੱਕ ਵਚਨ ਪੜ੍ਹਦੇ ਹਾਂ ਤਾਂ ਇੱਥੇ ਲਿਖਿਆ, ਹੇ ਪਰਮੇਸ਼ਰ ਤੂੰ ਮੇਰਾ ਪਰਮੇਸ਼ਰ ਹੈ। ਦਾਊਦ ਕਹਿੰਦਾ ਹੈ ਕਿ ਹੇ ਪਰਮੇਸ਼ਰ ਤੂੰ ਮੇਰਾ ਪਰਮੇਸ਼ਰ ਹੈ, ਮੈਂ ਦਿਲ ਤੋਂ ਤੈਨੂੰ ਲੱਭਦਾ ਹਾਂ, ਮੇਰੀ ਜਾਨ ਤੇਰੀ ਧਿਆਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ। ਬਾਈਬਲ ਸਾਨੂੰ ਬਹੁਤ ਹੀ ਸਪਸ਼ਟਤਾ ਨਾਲ ਦੱਸਦੀ ਹੈ ਕਿ ਦਾਊਦ ਪਰਮੇਸ਼ਰ ਨੂੰ ਕਿਵੇਂ ਢੂੰਡਦਾ ਸੀ, ਔਰ ਦਾਊਦ ਕਹਿੰਦਾ ਮੈਂ ਪਰਮੇਸ਼ਰ ਨੂੰ ਢੂੰਡਿਆ ਤੇ ਪਰਮੇਸ਼ਰ ਮੈਨੂੰ ਲੱਭ ਪਿਆ। ਔਰ ਉਹ ਕਹਿੰਦਾ ਹੈ ਕਿ ਜਦੋਂ ਮੈਂ ਉਸ ਨੂੰ ਪੁਕਾਰਿਆ ਉਸਨੇ ਮੇਰੀ ਸੁਣ ਲਈ। ਪਰਮੇਸ਼ਵਰ ਨੇ ਉਸ ਦੇ ਨਾਲ ਹੋ ਕੇ, ਦਾਊਦ ਦੇ ਨਾਲ ਹੋ ਕੇ, ਤੁਸੀਂ ਜਾਣਦੇ ਹੋ ਕਿਵੇਂ ਪਰਮੇਸ਼ਰ ਨੇ ਇੱਕ ਛੋਟੇ ਜਿਹੇ ਚਰਵਾਹੇ ਤੋਂ ਉਸ ਨੂੰ ਰਾਜਾ ਬਣਾ ਦਿੱਤਾ। ਪਰਮੇਸ਼ਰ ਨੇ ਕਿਸ ਤਰ੍ਹਾਂ ਉਸਦੇ ਵੈਰੀਆਂ ਤੋਂ ਉਸਦੀ ਜਾਨ ਨੂੰ ਬਚਾਇਆ। ਖੁਦਾ ਦੇ ਕਲਾਮ 'ਚ ਬਹੁਤ ਸਪਸ਼ਟਤਾ ਨਾਲ ਲਿਖਿਆ ਹੋਇਆ ਹੈ ਕਿ ਪਰਮੇਸ਼ਰ ਨੇ ਦਾਊਦ ਦੇ ਨਾਲ ਰਹਿ ਕੇ ਪਰਮੇਸ਼ਰ ਨੇ ਆਪਣੀ ਹਜ਼ੂਰੀ ਨੂੰ ਪ੍ਰਗਟ ਕੀਤਾ। ਮੇਰੇ ਅਜ਼ੀਜ਼ੋ, ਲਿਖਿਆ ਹੈ, ਇਹ ਪਰਮੇਸ਼ਰ ਤੂੰ ਮੇਰਾ ਪਰਮੇਸ਼ਰ ਹੈ। ਬਹੁਤ ਵਾਰ ਮੈਂ ਵੇਖਦਾ ਕਿ ਅੱਜ ਵੀ ਕਲੀਸਿਆਵਾਂ ਦੇ ਵਿੱਚ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਕੋਈ ਵੀ ਮੇਰੀ ਗੱਲ ਨੂੰ ਮਾਈਂਡ ਨਾ ਕਰੇ। ਮੇਰੇ ਅਜ਼ੀਜ਼ੋ, ਅੱਜ ਵੀ ਬਹੁਤ ਸਾਰੇ ਚਰਚਸ ਦੇ ਵਿੱਚ ਬਹੁਤ ਸਾਰੇ ਭੈਣ ਭਾਈ ਸਿਰਫ ਇੱਕੋ ਹੀ ਗੱਲ ਕਹੀ ਜਾਂਦੇ ਨੇ, ਹੇ ਇਬਰਾਹਿਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ਰ, ਦਾਨੀਅਲ ਦੇ ਪਰਮੇਸ਼ਰ, ਸ਼ਦਰਕ, ਮੇਸ਼ਕ ਤੇ ਅਬੇਦਨਗੋ ਦੇ ਪਰਮੇਸ਼ਰ। ਅਸੀਂ ਵੇਖਦੇ ਹਾਂ ਕਿ ਅੱਜ ਵੀ ਲੋਕ ਏਲੀਆ ਤੇ ਅਲੀਸ਼ਾ ਦਾ ਪਰਮੇਸ਼ਰ ਕਹਿ ਰਹੇ ਨੇ। ਅੱਜ ਵੀ ਉਹ ਇਬਰਾਹਿਮ, ਇਸਹਾਕ ਤੇ ਯਾਕੂਬ ਦਾ ਪਰਮੇਸ਼ਰ ਕਹਿ ਰਹੇ ਨੇ। ਪਰ ਮੈਂ ਨਵੇਂ ਨਿਯਮ ਦੇ ਵਿੱਚ ਇਸ ਗੱਲ ਨੂੰ ਨਹੀਂ ਪਾਉਂਦਾ। ਨਵਾਂ ਨਿਯਮ ਇਹ ਸਾਨੂੰ ਦੱਸਦਾ ਹੈ ਕਿ ਹੁਣ ਉਹ ਪਰਮੇਸ਼ਰ ਜਿਹੜਾ ਇਬਰਾਹਿਮ, ਇਸਹਾਕ ਤੇ ਯਾਕੂਬ ਦਾ ਪਰਮੇਸ਼ਰ ਸੀ, ਅੱਜ ਉਹ ਸਾਡਾ ਪਰਮੇਸ਼ਰ ਹੈ। ਉਹ ਤੁਹਾਡਾ ਪਰਮੇਸ਼ਰ ਹੈ। ਜਿਵੇਂ ਕਿ ਦਾਊਦ ਕਹਿੰਦਾ ਹੈ ਕਿ ਇਹ ਪਰਮੇਸ਼ਰ ਤੂੰ ਮੇਰਾ ਪਰਮੇਸ਼ਰ ਹੈ। ਆਓ ਅਸੀਂ ਆਪਣੇ ਮੁਖ ਤੋਂ ਪਰਮੇਸ਼ਰ ਨੂੰ ਆਪਣਾ ਪਰਮੇਸ਼ਰ ਮੰਨੀਏ, ਔਰ ਅਸੀਂ ਪਰਮੇਸ਼ਰ ਨੂੰ ਉਸ ਦੀ ਵਰਸ਼ਿਪ ਦੇ ਵਿੱਚ, ਉਸ ਦੀ ਆਰਾਧਨਾ ਦੇ ਵਿੱਚ, ਉਸ ਦੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਪਰਮੇਸ਼ਰ ਨਾਲ ਆਪਣੀ ਫੈਲੋਸ਼ਿਪ ਨੂੰ ਮਜ਼ਬੂਤ ਬਣਾਈਏ। ਇੱਕ ਮਜ਼ਬੂਤ ਇੱਛਾ ਦੇ ਨਾਲ ਅਸੀਂ ਪਰਮੇਸ਼ਰ ਦੇ ਪਿੱਛੇ ਚੱਲੀਏ। ਔਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਦਾਊਦ ਕੀ ਕਹਿੰਦਾ ਹੈ ਕਿ ਤੂੰ ਮੇਰਾ ਪਰਮੇਸ਼ਰ ਹੈ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ। ਕਿਵੇਂ ਭਾਲਦਾ ਹੈ ਦਾਊਦ? ਬਾਈਬਲ ਦੱਸਦੀ ਹੈ ਕਿ ਮੇਰੀ ਜਾਨ ਤੇਰੀ ਧਿਆਈ ਹੈ ਤੇ ਮੇਰਾ ਸਰੀਰ ਤੇਰੇ ਲਈ ਤਰਸਦਾ ਹੈ। ਦਾਊਦ ਸਪਸ਼ਟ ਨਾਲ ਦੱਸਦਾ ਹੈ ਕਿ ਮੇਰੀ ਰੂਹ ਖੁਦਾ ਲਈ ਪਿਆਸੀ ਹੈ। ਔਰ ਉਹ ਕਹਿੰਦਾ ਕਿ ਜਿਵੇਂ ਸੁੱਕੀ ਬੰਜਰ ਧਰਤੀ ਪਾਣੀਆਂ ਲਈ ਪਿਆਸੀ, ਇਸੇ ਪ੍ਰਕਾਰ ਮੇਰਾ ਸਰੀਰ ਔਰ ਮੇਰੀ ਆਤਮਾ, ਮੇਰੀ ਜਾਨ ਖੁਦਾ ਤੇਰੇ ਲਈ ਤਰਸਦੀ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਪਰਮੇਸ਼ਵਰ ਨਾਲ ਇਸੇ ਰੀਤੀ ਨਾਲ ਪ੍ਰੇਮ ਰੱਖਣਾ ਹੈ। ਦਾਊਦ ਜਿਵੇਂ ਪਰਮੇਸ਼ਵਰ ਲਈ ਭੁੱਖਾ ਤੇ ਪਿਆਸਾ ਹੈ, ਜਿਵੇਂ ਉਹ ਪਰਮੇਸ਼ਵਰ ਦੀ ਆਰਾਧਨਾ 10 ਤਰ੍ਹਾਂ ਸਾਜ਼ ਵਜਾ ਕੇ ਪਰਮੇਸ਼ਵਰ ਦੀ ਵਰਸ਼ਿਪ ਕਰਦਾ ਤੇ ਕਹਿੰਦਾ ਕਿ ਮੈਂ ਤੈਨੂੰ ਭਾਲਦਾ, ਦਿਲ ਤੋਂ ਭਾਲਦਾ ਹਾਂ। ਹਾਲੇਲੂਇਆ। ਸਵੇਰ ਤੋਂ ਹੀ ਉਹ ਪਰਮੇਸ਼ਵਰ ਦਾ ਖੋਜੀ ਬਣ ਜਾਂਦਾ ਹੈ। ਸਵੇਰ ਤੋਂ ਹੀ ਉਹ ਪਰਮੇਸ਼ਰ ਨੂੰ ਢੂੰਡਦਾ ਹੈ। ਉਹ ਕਹਿੰਦਾ ਮੈਂ ਜਦੋਂ ਰਾਤ ਨੂੰ ਸੌਂਦਾ ਤਾਂ ਮੈਂ ਤੇਰੇ ਖਿਆਲਾਂ ਦੇ ਵਿੱਚ ਹੀ ਪਾਉਂਦਾ ਹਾਂ। ਕਿ ਅਸੀਂ ਇੰਨੀ ਮੁਹੱਬਤ ਪਰਮੇਸ਼ਰ ਨੂੰ ਇੰਨਾ ਪਿਆਰ ਕਰ ਸਕਦੇ ਹਾਂ। ਮੇਰੇ ਅਜ਼ੀਜ਼ੋ, ਜਿਹੜੇ ਖੁਦਾ ਨਾਲ ਪਿਆਰ ਪਾਲਦੇ ਨੇ, ਜਿਹੜੇ ਉਸ ਨਾਲ ਪ੍ਰੀਤ ਲਾਉਂਦੇ ਨੇ, ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਜ਼ਿੰਦਗੀ ਨੂੰ ਪਾਉਂਦੇ ਨੇ। ਔਰ ਜਿਹੜੇ ਪਰਮੇਸ਼ਰ ਦੀ ਆਗਿਆ ਦਾ ਪਾਲਨ ਨਹੀਂ ਕਰਦੇ, ਜਿਹੜੇ ਖੁਦਾ ਨਾਲ ਵੈਰ ਰੱਖਦੇ ਨੇ, ਉਹ ਮੌਤ ਨਾਲ ਪ੍ਰੀਤ ਪਾਲਦੇ ਨੇ। ਖੁਦਾ ਦਾ ਕਲਾਮ ਦੱਸਦਾ ਹੈ ਕਿ ਉਹ ਬਿਲਕੁਲ ਦਾਊਦ ਸਪਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਮੈਂ ਆਪਣੇ ਦਿਲ ਤੋਂ ਤੈਨੂੰ ਭਾਲਦਾ ਹਾਂ। ਔਰ ਅਫਸੀਆਂ ਦੇ ਖਾਤੇ ਵਿੱਚ ਜਦੋਂ ਅਸੀਂ 6 ਦੀ 18 ਆਇਤ ਨੂੰ ਪੜ੍ਹਦੇ ਤਾਂ ਲਿਖਿਆ, ਅਤੇ ਸਾਰੀ ਪ੍ਰਾਰਥਨਾ ਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਕਿਸ ਤਰ੍ਹਾਂ ਕਰਦੇ ਰਹੋ? ਸਾਰੀ ਪ੍ਰਾਰਥਨਾ ਬੇਨਤੀ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਇੱਥੇ ਲਿਖਿਆ ਹੈ ਕਿ ਮੈਂ ਇੱਕ ਫੈਲੋਸ਼ਿਪ ਦੀ ਗੱਲ ਕਰ ਰਿਹਾ ਕਿ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਅੱਗੇ ਲਿਖਿਆ ਇਹਦੇ ਨਿਮਤ ਸਾਰੇ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ। ਬਾਈਬਲ ਸਾਨੂੰ ਦੱਸਦੀ ਹੈ ਕਿ ਜਿਹੜੀ ਪ੍ਰਾਰਥਨਾ ਹੈ ਉਸ ਦੇ ਵਿੱਚ ਤਕੜਾਈ ਦਾ ਹੋਣਾ ਜ਼ਰੂਰੀ ਹੈ। ਔਰ ਬਹੁਤ ਵੱਡੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਲੋਕ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚੋਂ ਤਕੜਾਈ ਜਿਹੜੀ ਹੈ ਉਹ ਗਵਾ ਚੁੱਕੇ ਨੇ। ਮੇਰੇ ਪਿਆਰੇ ਭੈਣੋ ਭਰਾਵੋ, ਜਿਹੜੇ ਪਰਮੇਸ਼ਰ ਨੂੰ ਢੂੰਡਦੇ ਨੇ ਉਹ ਤਕੜਾਈ ਨਾਲ ਪ੍ਰਾਰਥਨਾ ਕਰਨਗੇ, ਜੋਸ਼ ਨਾਲ ਪ੍ਰਾਰਥਨਾ ਕਰਨਗੇ। ਉਹ ਪਰਮੇਸ਼ਰ ਨੂੰ ਜੋ ਢੂੰਡਦੇ ਨੇ ਉਹ ਤਕੜਾਈ ਨਾਲ ਪ੍ਰਾਰਥਨਾ ਕਰਨਗੇ। ਇੱਥੇ ਲਿਖਿਆ ਹੈ ਬਹੁਤ ਹੀ ਸਪਸ਼ਟ। ਔਰ ਮੈਂ ਦੱਸਣਾ ਚਾਹੁੰਦਾ ਕਿ ਅੱਜ ਜੇ ਤੁਸੀਂ ਇਸ ਚੀਜ਼ ਨੂੰ ਸਮਝਦੇ, ਤੁਸੀਂ ਕਦੀ ਵਾਚ ਕਰਕੇ ਦੇਖੋ, ਬਹੁਤ ਸਾਰੇ ਲੋਕ ਪ੍ਰਾਰਥਨਾ ਵਿੱਚ ਲੇਜ਼ੀ ਨੇ। ਪ੍ਰਾਰਥਨਾ ਲਈ ਉਹ ਮੂੰਹ ਨਹੀਂ ਖੋਲ੍ਹਣਾ ਚਾਹੁੰਦੇ, ਉਹ ਹੋਰ ਗੱਲਾਂ ਵਾਸਤੇ ਮੂੰਹ ਖੋਲ੍ਹਦੇ ਨੇ। ਜਦੋਂ ਪ੍ਰਾਰਥਨਾ ਲਈ ਮੂੰਹ ਖੋਲ੍ਹਦੇ ਨੇ ਤੇ ਸ਼ੈਤਾਨ ਉਹਨਾਂ ਦੇ ਮੂੰਹ ਨੂੰ ਜਿਵੇਂ ਜਿੰਦਰਾ ਲਗਾ ਦਿੰਦਾ ਹੈ, ਪ੍ਰਾਰਥਨਾ ਲਈ ਮੂੰਹ ਨਹੀਂ ਖੁੱਲ੍ਹਦਾ। ਮੇਰੇ ਅਜ਼ੀਜ਼ੋ, ਅੱਜ ਇਸ ਵਕਤ ਇੱਕ ਫੈਸਲਾ ਲਓ ਕਿ ਅਸੀਂ ਪਰਮੇਸ਼ਰ ਨੂੰ ਦਿਲ ਤੋਂ ਢੂੰਡਣਾ ਹੈ, ਦਿਲ ਤੋਂ ਉਸ ਦੀ ਵਰਸ਼ਿਪ ਕਰਨੀ ਹੈ, ਦਿਲ ਤੋਂ ਉਸ ਦੀ ਆਰਾਧਨਾ ਕਰਨੀ ਹੈ। ਔਰ ਬਹੁਤ ਹੀ ਲਿਖਿਆ ਹੈ
बहुत ही स्पष्ट शब्दों में कि तकड़ाई नाल बेनती नाल जागते रहो। इसी तरह असीं जो कलीसिया की किताब के विच उहदे 4 की 2 आयत नूं भी वेखदे तो लिखिया लगातार प्रार्थना करते रहो तो धन्नवाद करदिआं होइआं उस विच सुचेत रहो। धन्नवाद करते होइआं उस विच सुचेत रहो। अज बहुत सारी जरूरत है कि लगातार प्रार्थना करते लेकिन धन्नवाद नहीं करते। कई बार असीं मंगते हैं, डिमांडां करते रहने, प्रार्थना नूं असीं यही समझते हैं प्रार्थना करने का मतलब है डिमांड करना। नहीं मेरे अजीजों, प्रार्थना करने का मतलब डिमांड करना नहीं है। प्रार्थना करने का मतलब परमेश्वर नाल फैलोशिप विच जाना है। प्रार्थना करने का मतलब है परमेश्वर दे नाल वार्तालाप करना, परमेश्वर की महिमा करना, परमेश्वर का धन्नवाद करना। धन्नवाद करिए कि परमेश्वर सानू माँ की गर्भ तो संभालता है। मैं लास्ट दिनों में भी दस रहा सी कि वह माँ की गर्भ तो सानू संभालता है और उसका धन्नवाद करना साडे लई कितना जरूरी है। इत्थे मैं तुहानूं दसना चाहुंदा कि अजे असीं माँ की गर्भ च रचे जा रहे सी, खुदा का कलाम कहता कि मैं तुहाडे ते चित्त लगाया और लिखिया कि तुहाडे लई समय जिहड़े नियुक्त किए गए। असीं इस धरती ते कोई अजूबा नहीं है। खुदा का कलाम दसदा है कि साडे पैदा होने तो पहला ही परमेश्वर सानू जाणदे हन और परमेश्वर का सानू ते तुहानूं इस संसार विच बनाउण दा एक मकसद सी। परमेश्वर की एक योजना है। परमेश्वर बिना योजना तो सानू संसार दे विच नहीं लैके आया। असीं उस योजना नूं पूरा करना है जिस लई परमेश्वर ने सानू संसार दे विच भेजिआ है। और बाइबल सानू स्पष्टता नाल दसदी है कि असीं किवें परमेश्वर नाल अपनी फैलोशिप विच मजबूत होना। जे प्रार्थना जिहड़ी हैगी है वो डिमांड नहीं है, प्रार्थना परमेश्वर नाल फैलोशिप है। और इत्थे असीं देखदे हां कि धन्नवाद करदे हां। तुसीं अज इस गल नूं याद रखो, बाइबल दसदी है कि ओही सानू माँ की गर्भ तो संभालदा आया है। धन्नवाद करना हर पल हर घड़ी लई परमेश्वर का कि जिहदे विच परमेश्वर ने साडी हर जरूरत नूं पूरा किया। याद रखो कि परमेश्वर सानू ते तुहानूं कित्थों कढ के लिआया, किस हालातां चों परमेश्वर ने कढिया। अगर तुसीं उन्हां चीज़ां नूं वेखो और तुसीं याद करो तां धन्नवाद दो परमेश्वर नूं और उसकी वर्शिप करना, उसकी आराधना करना ना भुल्लो। धन्नवाद है परमेश्वर का जिहड़ा सानू कूड़े विचों चक के पतवंतियां विच बिठाउंदा है। धन्नवाद है परमेश्वर का जिहड़ा सानू रूढ़ी तो चुकदा है। बाइबल सानू दसदी है कि असीं की सी और परमेश्वर ने सानू की बना दिता है। और इसलिए धन्नवाद करो जिवें दाऊद परमेश्वर का धन्नवाद करता है कि एक चरवाहे तो राजा बनिया। तो याद रखता है कि परमेश्वर ने मैनू किस तरह परमेश्वर ने मेरी परिस्थिति नूं बदलिया और मैं जानदा कि अज जिन्हें तुसीं सुन रहे हो परमेश्वर तुहाडीआं परिस्थितियां नूं भी बदलेगा। और परमेश्वर का धन्नवाद करना शुरू कर दो क्योंकि परमेश्वर तुहाडे कोलों इहो उम्मीद रखता है कि तुसीं एक मजबूत इच्छा नाल परमेश्वर नाल अपनी फैलोशिप बिताओ। उसनूं ढूंढण दा मतलब यह है कि परमेश्वर की उसकी फैलोशिप विच परमेश्वर नाल मजबूत होना, उसकी संगति विच मजबूत होना। और इस तो इलावा ज़बूरां दी किताब दे विच ही असीं 63 दी 2:8 आयत नूं पढ़दे लिखिया है कि मेरा जी तेरे पिछे पिछे लग्या होया है, तेरा सज्जा हत्थ मैनूं संभालदा है। दाऊद बहुत ही स्पष्ट शब्दां नाल आखदा है कि मैं ये जानता हाँ कि मेरा परमेश्वर तू ही। और वो कहता है कि खुदावन मेरा जी तेरे पिछे लग्या होया। अज आपां विचार करिए, आपां इस गल ते विचार करिए, सोचिए कि साडा जी कित्थे लग्या होया, साडा जी कित्थे लग्या होया है। अज तुहाडा जी अगर होर पासे लग्या तो तुसीं कदी भी सैटिस्फाइड नहीं होगे। याद रखो साडी सैटिस्फैक्शन परमेश्वर दे विच है। याद रखो कि परमेश्वर ही सानूं संतुष्ट कर सकदे ने। जे तुहाडा जी परमेश्वर दे पिछे लग्या तो तुसीं संतुष्ट होवोगे। धन ओह हन जिहड़े धार्मिकता दे भुखे ते त्याए ने, ओह रचाए जाणगे। मेरे अजीज़ो सैटिस्फैक्शन होर किसी पासों नहीं हो सकती। खुदावन साडा परमेश्वर जिहड़ा वो साडा परमेश्वर है और वो परमेश्वर सचमुच तुहाडी ते साडी सहायता करेगा जदों असीं परमेश्वर दे पिछे अपना पूरा जी लगा के उसदे पिछे चलांगे। तो बहुत अच्छे तरीके नाल दाऊद कहंदा कि उहदा सजा तो मैनूं संभालदा है। याद रखो कि जदों तुसीं परमेश्वर दे खोजी बनदे हो, बाइबल दसदी कि परमेश्वर दे खोजियां नूं किसी भली वस्तु की थोड़ नहीं होवेगी। परमेश्वर अपनी तुहाडी सारी जरूरत नूं परमेश्वर अपनी महिमा दे धन नाल पूरा करेगा। और मेरा पूरा विश्वास है कि परमेश्वर तुहानूं अज दे वचनां दे राहीं आशीष दे चुके हैं। और अगर तुसीं इस नूं अपने जीवन दे विच लागू करोगे तो तुसीं वेखोगे कि परमेश्वर तुहानूं होर भी ज़्यादा अपनी महिमा लई इस्तेमाल करनगे। अज दे वचन लई मैं परमेश्वर पिता दा धन्नवाद करदा। साडे नाल बने रहो ताकि असीं अगले मैसेज नूं इस तों भी जो असीं अज आशीष पाई है तो अगले मैसेज तो भी असीं जरूर आशीष पावांगे। और जदों भी साडे इलाके चाहो क्योंकि संगतियां चल रही ने तुसीं संगति साडे नाल मिल के कर सकदे हो। परमेश्वर तुहानूं सारिआं नूं बहुत बहुत बरकत और आशीष देवे। गॉड ब्लैस यू। शालोम, प्रेज द लॉर्ड, जय मसीह।